function of bounded variation definition. The definition अपने को function of bounded variation. Let f be a function defined on the closed interval a b. तानु function दिता होया वो define है. Obvious है जे function define होगा ताई अगे आप गल करांगे. मतलब हर एक पॉइंट ते अपने को वैल्यू एग्जिस्ट करदी है ए बी इंटरवल च जिन्ने भी पॉइंट्स लाई करदे आ. एंड लेट p be any partition of this interval. कहंदे if there exists a positive real number capital M such that summation of mod of f of xi minus f of xi minus 1 is always less than equal to m for all the partition of closed interval ab. ਤਾਂ ਬਾਉਂਡਡ ਵੇਰੀਏਸ਼ਨ ਕੀ ਕਹਿੰਦੇ ਜਿਵੇਂ ਆਪਾਂ ਸਿੰਪਲ ਬਾਉਂਡਡ ਫੰਕਸ਼ਨ ਦੀ ਗੱਲ ਕਰਦੇ ਆ. ਬਾਉਂਡਡ ਫੰਕਸ਼ਨ ਦਾ ਮਤਲਬ ਕੀ ਹੁੰਦਾ ਕਿ ਤੁਹਾਡੇ ਕੋਲੇ ਕੋਈ ਨਾ ਕੋਈ ਪੋਜ਼ਿਟਿਵ ਨੰਬਰ ਐਗਜ਼ਿਸਟ ਕਰਦਾ ਰੀਅਲ ਨੰਬਰ ਕਿ f of x ਦਾ ਮੋਡ ਲੈਸ ਦੈਨ ਇਕੁਅਲ ਟੂ ਦੈਟ ਰੀਅਲ ਨੰਬਰ ਹੁੰਦਾ ਅਗਰ ਮੈਂ ਸਿੰਪਲ ਬਾਉਂਡਡ ਫੰਕਸ਼ਨ ਦੀ ਗੱਲ ਕਰਾਂ. ਠੀਕ ਹੈ ਨਾ ਕਿ ਬਾਉਂਡਡ ਦਾ ਮਤਲਬ ਹੋ ਗਿਆ ਫੰਕਸ਼ਨ ਦੀਆਂ ਜੋ ਵੈਲਿਊਜ਼ ਹੈ ਉਹ ਕਿਸੇ ਦੋ ਪਾਰਟਿਕੂਲਰ ਨੰਬਰ ਦੇ ਬਿਟਵੀਨ ਆ ਰਹੀਆਂ. ਤਾਂ ਨਹੀਂ ਤੇ ਬਾਉਂਡਡ ਵੇਰੀਏਸ਼ਨ ਦੀ ਗੱਲ ਕਰਤੀ. ਵੇਰੀਏਸ਼ਨ ਦਾ ਮਤਲਬ ਕੀ ਹੈ ਕਿ ਲੈਫਟ ਹੈਂਡ ਸਾਈਡ ਤੇ ਤੁਸੀਂ ਇਸ ਸਮੀਸ਼ਨ ਦੀ ਵੈਲਿਊ ਨਿਕਾਲੋਗੇ ਤੇ ਇਸ ਸਮੀਸ਼ਨ ਦੀ ਜਿਹੜੀ ਵੈਲਿਊ ਹੋਊਗੀ ਉਹ ਆਲਵੇਸ ਲੈਸ ਦੈਨ ਇਕੁਅਲ ਟੂ ਸਮ ਪੋਜ਼ਿਟਿਵ ਰੀਅਲ ਨੰਬਰ ਆਣੀ ਚਾਹੀਦੀ ਹੈ ਦੈਟ ਇਜ਼ m. ਉਹ ਰੀਅਲ ਨੰਬਰ ਤੁਸੀਂ ਕੁਝ ਵੀ ਚੂਜ਼ ਕਰ ਸਕਦੇ ਹੋ. ਫॉर ਆਲ ਦੀ ਪਾਰਟੀਸ਼ਨ ਆਫ ਦੀ ਕਲੋਜ਼ਡ ਇੰਟਰਵਲ ab ਕਿ ab ਇੰਟਰਵਲ ਦੀਆਂ ਕਿੰਨੀਆਂ ਮਰਜ਼ੀ ਪਾਰਟੀਸ਼ਨਸ ਬਣਾ ਲਓ ਹਰ ਇੱਕ ਪਾਰਟੀਸ਼ਨ ਦੇ ਲਈ ਜਿਹੜਾ ਤੁਹਾਡੇ ਕੋਲ ਆ ਸਮੀਸ਼ਨ ਪਿਆ ਲੈਫਟ ਹੈਂਡ ਸਾਈਡ ਤੇ ਇਹਦੀ ਵੈਲਿਊ ਲੈਸ ਦੈਨ ਇਕੁਅਲ ਟੂ ਸਮ ਕਾਂਸਟੈਂਟ ਆਣੀ ਚਾਹੀਦੀ ਹੈ ਤੇ ਉਹ ਕਾਂਸਟੈਂਟ ਆਪਣਾ ਕੀ ਹੈ ਪੋਜ਼ਿਟਿਵ ਰੀਅਲ ਨੰਬਰ. ਬੋਲੋ ਕਲੀਅਰ ਹੈ. ਹੁਣ ਜਿਹੜਾ f of xi minus f of xi minus 1 ਹੈ ਇਹ ਤੁਹਾਨੂੰ ਪਤਾ ਹੀ ਹੈ ਕੀ ਚੀਜ਼ ਹੋਊਗੀ. ਉੱਪਰ ਤੁਹਾਡੇ ਕੋਲੇ ਗ੍ਰਾਫ ਬਣਿਆ ਹੋਇਆ ਨੀਚੇ ਤੁਹਾਡੇ ਕੋਲੇ ਇੰਟਰਵਲ ਹੈਗਾ a to b ਉਹਦੇ ਤੁਸੀਂ ਪਾਰਟਸ ਕਰਤੇ ਉਹੀ x0 x1 x0 ਤੇ ਤੁਹਾਡੇ ਕੋਲੇ ਉੱਪਰ ਗ੍ਰਾਫ ਤੇ ਕੋਈ ਵੈਲਿਊ ਹੋਊਗੀ f of x0 ਫਿਰ x1 ਤੇ ਉੱਪਰ ਗ੍ਰਾਫ ਤੇ ਵੈਲਿਊ ਹੋਊਗੀ f of x1 ਉਹਨਾਂ ਦੋਨਾਂ ਦਾ ਡਿਫਰੈਂਸ ਲੈਤਾ ਹੈ ਲਾਈਕ f of x1 minus f of x0. ਠੀਕ ਹੈ ਉਹ ਇੱਕ ਪਾਰਟ ਬਣ ਗਿਆ. ਫਿਰ ਇਸ ਤੋਂ ਬਾਅਦ ਨੈਕਸਟ ਵਾਲਾ ਪਾਰਟ ਬਣਾ ਦੋਗੇ f of x2 minus f of x1. ਇਹਨਾਂ ਸਾਰੀਆਂ ਟਰਮਸ ਦੇ ਮੋਡੂਲਸ ਦਾ ਸਮ ਕੀਤਾ ਹੋਇਆ ਤੇ ਉਹ ਸਮ ਕਹਿੰਦੇ ਕੀ ਆਣਾ ਚਾਹੀਦਾ ਲੈਸ ਦੈਨ ਇਕੁਅਲ ਟੂ ਸਮ ਕਾਂਸਟੈਂਟ ਤੇ ਉਹ ਕਾਂਸਟੈਂਟ ਕੀ ਹੋਊਗਾ ਪੋਜ਼ਿਟਿਵ ਤੇ ਰੀਅਲ. स्टेटमेंट क्लियर है. सॉरी डेफिनेशन क्लियर है. ਤਾਂ ਬਾਉਂਡਡ ਵੇਰੀਏਸ਼ਨ ਲਈ ਤੁਸੀਂ ਕੀ ਕਰੋਗੇ ਲੈਫਟ ਹੈਂਡ ਸਾਈਡ ਤੇ ਬਸ ਜੋ ਵੀ ਸਮੇਸ਼ਨ ਤੁਹਾਡੇ ਕੋਲੇ ਬਣੂਗਾ ਉਹ ਲੈਸ ਦੈਨ ਇਕੁਅਲ ਟੂ ਸਮ ਕਾਂਸਟੈਂਟ ਆਣਾ ਚਾਹੀਦਾ ਫॉर ਆਲ ਪਾਰਟੀਸ਼ਨ ਦੇ ਲਈ. ਦੈਨ ਆਪਾਂ ਕਹਿ ਦਾਂਗੇ ਕਿ f is said to be a function of bounded variation on this interval. ਕੀ ਕਹਿੰਦੇ ਆ ਕਹਿੰਦੇ monotonic function defined on the closed interval ab is a function of bounded variation. मतलब कोई भी ਤੁਹਾਡੇ ਕੋਲੇ ਮੋਨੋਟੋਨਿਕ ਫੰਕਸ਼ਨ ਆ ਜੇ ਕਹਿੰਦੇ ਉਹ ਮੋਨੋਟੋਨਿਕ ਫੰਕਸ਼ਨ ਆਲਵੇਸ ਕੀ ਹੋਊਗਾ ਬਾਉਂਡਡ ਵੇਰੀਏਸ਼ਨ ਦਾ ਹੋਊਗਾ ਕਿ ਚਾਹੇ ਇੰਕਰੀਜ਼ਿੰਗ ਫੰਕਸ਼ਨ ਹੈ ਚਾਹੇ ਡਿਕਰੀਜ਼ਿੰਗ ਫੰਕਸ਼ਨ ਹੈ ਦੈਟ ਇਜ਼ ਆਲਵੇਸ ਆਫ ਬਾਉਂਡਡ ਵੇਰੀਏਸ਼ਨ. ਤਾਂ ਹੁਣ ਤੁਸੀਂ ਕੀ ਕਰੋਗੇ ਲੈਫਟ ਹੈਂਡ ਸਾਈਡ ਤੇ ਤੁਹਾਡੇ ਕੋਲੇ ਡੈਫੀਨੇਸ਼ਨ ਤੇ ਜੋ ਵੀ ਸਮੇਸ਼ਨ ਪਿਆ ਉਹਦੀ ਵੈਲਿਊ ਚੈੱਕ ਕਰੋਗੇ ਕਿ ਕੀ ਤੋਂ ਲੈਸ ਦੈਨ ਇਕੁਅਲ ਟੂ ਬਣਦੀ ਹੈ. ਹੁਣ ਉੱਥੇ ਸਿੰਬਲ ਸੀ ਲੈਸ ਦੈਨ ਇਕੁਅਲ ਟੂ ਤਾਂ ਉਹ ਤੁਹਾਨੂੰ ਪਤਾ ਹੈ ਤਾਂ ਲੈਸ ਦੈਨ ਬਣੂਗੀ ਜਾਂ ਇਕੁਅਲ ਟੂ ਬਣੂਗੀ. ठीक है दोनों केसेस च ਆਪਾਂ कह सकते हैं कि फंक्शन की है बाउंडेड वेरिएशन ਦਾ. ਤਾਂ ਹੁਣ ਦੇਖੋ ਪਾਰਟੀਸ਼ਨ ਆਪਾਂ ਸਪੋਜ਼ ਕਰ ਲਈ ਕਿਉਂਕਿ ਪਾਰਟੀਸ਼ਨ ਤਾਂ ਹਰ ਕੁਐਸਚਨ ਚ ਚਾਹੀਦੀ ਆਪਾਂ ਨੂੰ. ਤੁਸੀਂ ਲੈਫਟ ਹੈਂਡ ਸਾਈਡ ਪਿਕ ਕੀਤੀ ਅਕੋਰਡਿੰਗ ਟੂ ਦੀ ਡੈਫੀਨੇਸ਼ਨ ਬਾउंडेड वेरिएशन ਦੀ ਡੈਫੀਨੇਸ਼ਨ ਦੇ ਅਕੋਰਡਿੰਗ ਜੋ ਵੀ ਲੈਫਟ ਸਾਈਡ ਤੇ ਸਮੀਸ਼ਨ ਸੀ ਉਹ ਆਪਾਂ ਪਿਕ ਕੀਤਾ. ਹੁਣ ਦੇਖੋ ਲੈਫਟ ਹੈਂਡ ਸਾਈਡ ਤੇ ਜਿਹੜਾ ਸਮੀਸ਼ਨ ਸੀ ਉਹਦਾ ਮੋਡ ਹੈ ਤਾਂ ਮੋਡ ਕਿਵੇਂ ਹਟੂਗਾ ਉੱਥੇ ਆਪਾਂ ਦੋ ਕੰਡੀਸ਼ਨਸ ਲਗਾਤੀਆਂ ਕਿਉਂਕਿ ਆਪਾਂ ਨੂੰ ਕਿ ਮੋਨੋਟੋਨਿਕ ਫੰਕਸ਼ਨ ਆਪਾਂ ਇਹ ਦੋ ਕੇਸਿਸ ਬਣਾਵਾਂਗੇ ਕਿ ਇੱਕ ਵਾਰੀ ਫੰਕਸ਼ਨ ਕੀ ਹੈ ਇਨਕਰੀਜ਼ਿੰਗ ਹੈ ਸੈਕੰਡ ਟਾਈਮ ਫੰਕਸ਼ਨ ਆਪਣਾ ਕੀ ਹੈ डिक्रीजिंग है. ठीक है अगर फंक्शन अपना की है इंक्रीजिंग है तो उस केस च मैनू दसो मॉड दी वैल्यू ਤੁਹਾਡੀ पॉजिटिव आऊगी या नेगेटिव आऊगी पॉजिटिव आऊगी ना तो ਆਪਾਂ मॉड हटाता मतलब प्लस आ जाऊगा साइन तो मॉड हटा सकते हैं क्योंकि ਆਪਾਂ ਨੂੰ पता है मॉड x इज इक्वल टू x ਹੁੰਦਾ ਜਦੋਂ x पॉजिटिव होगा ਤੇ ਇਨਕਰੀਜ਼ਿੰਗ ਦੇ ਕੇਸ ਚ ਤੁਹਾਨੂੰ ਪਤਾ ਹੈ f of xi ਤੇ f of xi minus 1 ਵਾਲੀ ਜਿਹੜੀ ਟਰਮ ਹੈ ਪੋਜ਼ਿਟਿਵ ਬਣੂਗੀ ਜਾਂ 네ਗੇਟਿਵ ਬਣੂਗੀ. ਠੀਕ ਹੈ ਨਾ f of xi ਵਾਲੀ ਟਰਮ ਤੁਹਾਡੀ ਵੱਡੀ ਹੋਊਗੀ f of xi minus 1 ਤੋਂ. ਠੀਕ ਹੈ ਤਾਂ ਪੋਜ਼ਿਟਿਵ ਬਣ ਜਾਊਗਾ ਤੇ ਡਿਕਰੀਜ਼ਿੰਗ ਦੇ ਕੇਸ ਦੇ ਵਿੱਚ 네ਗੇਟਿਵ
ਨੈਗੇਟਿਵ ਬਣੂਗੀ ਉਹ ਤੁਹਾਨੂੰ ਗ੍ਰਾਫ ਤੋਂ ਜਜਮੈਂਟ ਹੋ ਜੂਗੀ। ਜੇ ਤੁਸੀਂ ਗ੍ਰਾਫ ਬਣਾਓਗੇ ਨਾ ਉੱਥੇ ਪਲਾਟ ਕਰਕੇ ਦੇਖ ਸਕਦੇ ਹੋ। ਤਾਂ ਉਸ ਕੇਸ 'ਚ ਜੇ ਨੈਗੇਟਿਵ ਹੋ ਗਈ ਤਾਂ ਮੋਡ ਆਫ x ਕਿਹਦੇ ਇਕੁਅਲ ਹੁੰਦਾ ਆਪਾਂ ਨੂੰ ਪਤਾ -x ਦੇ, ਅਗਰ x ਆਪਣਾ ਨੈਗੇਟਿਵ ਹੋਵੇ ਤਾਂ ਜਦੋਂ ਮੋਡ ਇੱਥੇ ਹਟਾਓਗੇ ਤਾਂ ਮੂਰੇ ਨੈਗੇਟਿਵ ਸਾਈਨ ਆ ਜਾਊਗਾ। ਉਹ ਨੈਗੇਟਿਵ ਸਾਈਨ ਨੂੰ ਅੰਦਰ ਲੈ ਗਏ ਤਾਂ ਉਹ ਕੀ ਬਣ ਗਿਆ -f of xi plus f of xi minus 1। ਉਹ ਚਾਹੇ ਤੁਸੀਂ ਬਾਹਰ ਹੀ ਰੱਖ ਲਓ, ਠੀਕ ਹੈ, ਕੋਈ ਪ੍ਰੋਬਲਮ ਨਹੀਂ। ਹੁਣ ਦੋਨੋਂ ਸਮੀਸ਼ਨ ਦੀਆਂ ਵੈਲਿਊਜ਼ ਕੈਲਕੂਲੇਟ ਕਰਨੀਆਂ। ਇਨਕਰੀਜ਼ਿੰਗ ਦੇ ਕੇਸ 'ਚ ਜਿਹੜਾ ਤੁਹਾਡੇ ਕੋਲੇ ਹੁਣ ਵਿਦਆਊਟ ਮੋਡ ਬਣ ਗਿਆ ਸਮੀਸ਼ਨ, ਤਾਂ ਇਸ ਸਮੀਸ਼ਨ ਦੀ ਕੀ ਵੈਲਿਊ ਹੁੰਦੀ ਹੈ ਤੁਹਾਡੇ ਕੋਲੇ ਜਦੋਂ i ਨੂੰ ਪੁੱਟ ਕਰ ਦੋਗੇ 1 2 3 ਅਪ ਟੂ n ਤੱਕ, ਸਾਰੀਆਂ ਟਰਮਸ ਨੂੰ ਐਡ ਕਰੋਗੇ, ਤੁਹਾਨੂੰ ਪਤਾ ਲਾਸਟ ਤੇ ਆਪਣੇ ਕੋਲੇ ਦੋ ਟਰਮਸ ਰਹਿ ਜਾਂਦੀਆਂ, that is f of xn minus f of x naught ਵਾਲੀ ਰਹਿ ਜੂਗੀ, ਬਾਕੀ ਸਾਰੀਆਂ ਕੈਨਸਲ ਹੋ ਜਾਣਗੀਆਂ। ਤੇ f of xn ਦਾ ਮਤਲਬ ਕੀ ਹੋ ਗਿਆ f of b, ਤੇ f of x naught ਦਾ ਮਤਲਬ ਕੀ ਹੋ ਗਿਆ f of a। ਤਾਂ ਟਰਮ ਕੀ ਬਣ ਜੂਗੀ ਇਨਕਰੀਜ਼ਿੰਗ ਦੇ ਕੇਸ 'ਚ f of b minus f of a, ਠੀਕ ਹੈ। ਤੇ ਡਿਕਰੀਜ਼ਿੰਗ ਦੇ ਕੇਸ 'ਚ ਕੀ ਬਣੂਗਾ ਮੂਰੇ ਨੈਗੇਟਿਵ ਸਾਈਨ ਆ ਜਾਊਗਾ, ਮੂਰੇ ਨੈਗੇਟਿਵ ਆ ਜਾਊਗਾ, ਅੰਦਰ ਬਣੂਗਾ f of b minus f of a। ਉਹ ਨੈਗੇਟਿਵ ਚਾਹੇ ਤੁਸੀਂ ਪਹਿਲਾਂ ਹੀ ਬਾਹਰ ਕੱਢ ਲਿਓ, ਠੀਕ ਹੈ। ਤਾਂ ਦੋਨਾਂ ਨੂੰ ਕੰਬਾਈਨ ਕਰਕੇ ਆਪਾਂ ਮੋਡ ਦੀ ਫਾਰਮ ਦੇ ਵਿੱਚ ਲਿਖਤਾ ਕਿ ਦੋਨੋਂ ਕੇਸਿਸ 'ਚ ਆਪਣੇ ਕੋਲੇ ਵੈਲਿਊ ਕੀ ਆ ਗਈ ਮੋਡ ਆਫ f of b minus f of a। ਪਹਿਲਾਂ ਇੱਥੇ ਤੱਕ ਬੋਲੋ, ਕਿਸੇ ਨੂੰ ਕੋਈ ਡਾਊਟ ਹੈ ਤਾਂ? No मैम। नो मैम। ਠੀਕ ਹੈ। ਹੁਣ ਦੇਖੋ ਦੋਨੋਂ ਕੇਸਿਸ 'ਚ ਜਿਹੜਾ ਲੈਫਟ ਹੈਂਡ ਸਾਈਡ ਤੇ ਸਮੇਸ਼ਨ ਵਾਲੀ ਟਰਮ ਸੀ ਉਹ ਤੁਹਾਡੇ ਕੋਲੇ ਕੀ ਬਣ ਗਈ ਮੋਡ ਆਫ f of b minus f of a। ਤੇ ਇਹ ਕੀ ਇੱਕ ਤਰੀਕੇ ਦੀ ਕਾਂਸਟੈਂਟ ਵੈਲਿਊ ਹੀ ਆਊਗੀ, ਕਿਉਂਕਿ ਫੰਕਸ਼ਨ ਤੁਹਾਨੂੰ ਕੁਝ ਨਾ ਕੁਝ ਦਿੱਤਾ ਹੋਊਗਾ, a ਤੇ b ਕਾਂਸਟੈਂਟ ਆ। ਮੰਨ ਲਓ ਮੈਂ ਤੁਹਾਨੂੰ ਫੰਕਸ਼ਨ ਦੇਤਾ 1/x, ਤੁਸੀਂ a ਤੇ b ਕਾਂਸਟੈਂਟ ਤੇ ਵੈਲਿਊਜ਼ ਕੱਢ ਲੋਗੇ, ਦੋਨਾਂ ਦਾ ਡਿਫਰੈਂਸ ਕਰੋਗੇ, ਮੋਡ ਕਰੋਗੇ ਤਾਂ ਆਲਵੇਸ ਕਾਂਸਟੈਂਟ ਵੈਲਿਊ ਹੀ ਆਊ। ਨਾਓ ਨੈਕਸਟ ਕਰਦੇ ਹਾਂ ਫੋਰਥ ਥਿਓਰਮ। A function of bounded variation is bounded। ਕਹਿੰਦੇ ਬਾਉਂਡਡ ਵੇਰੀਏਸ਼ਨ ਦਾ ਜਿਹੜਾ ਫੰਕਸ਼ਨ ਹੋਊਗਾ ਉਹ ਹਮੇਸ਼ਾ ਕੀ ਹੋਊਗਾ ਬਾਉਂਡਡ ਹੋਊਗਾ। ਹੁਣ ਬਾਉਂਡਡ ਵੇਰੀਏਸ਼ਨ ਤੁਹਾਨੂੰ ਪਤਾ ਲੱਗ ਗਿਆ ਕਿ ਉਹ ਸਮੀਸ਼ਨ ਦੀ ਗੱਲ ਕਰ ਰਿਹਾ ਕਿ ਉਸ ਸਮੀਸ਼ਨ ਦੀ ਜਿਹੜੀ ਵੈਲਿਊ ਹੈ ਲੈਸ ਦੈਨ ਇਕੁਅਲ ਟੂ ਸਮ ਕਾਂਸਟੈਂਟ ਹੈ। ਤੇ ਬਾਉਂਡਡ ਦਾ ਮਤਲਬ ਵੀ ਤੁਹਾਨੂੰ ਦੱਸਿਆ ਸੀ ਸਟਾਰਟਿੰਗ 'ਚ ਕਿ ਬਾਉਂਡਡ ਫੰਕਸ਼ਨ ਕੀ ਹੁੰਦਾ ਹੈ, ਕਿ ਫੰਕਸ਼ਨ ਦਾ ਮੋਡ ਹੈ ਉਹ ਲੈਸ ਦੈਨ ਇਕੁਅਲ ਟੂ ਸਮ ਕਾਂਸਟੈਂਟ ਬਣਨਾ ਚਾਹੀਦਾ, ਠੀਕ ਹੈ। ਹੁਣ ਤੁਸੀਂ ਸਟੇਟਮੈਂਟ 'ਚ ਸ਼ੋ ਕੀ ਕਰਨਾ ਹੈ ਕਿ f of x ਦਾ ਜਿਹੜਾ ਮੋਡ ਹੈ ਉਹ ਲੈਸ ਦੈਨ ਇਕੁਅਲ ਟੂ ਸਮ ਕਾਂਸਟੈਂਟ ਆ ਰਿਹਾ ਆਪਣੇ ਕੋਲੇ, ਤਾਂ ਉੱਥੋਂ ਆਪਾਂ ਕਹਿ ਦਾਂਗੇ ਆਪਣਾ ਫੰਕਸ਼ਨ ਕੀ ਹੈ ਬਾਉਂਡਡ ਫੰਕਸ਼ਨ, ਠੀਕ ਹੈ। ਹੁਣ ਫੰਕਸ਼ਨ ਤੁਹਾਨੂੰ ਦਿੱਤਾ ਹੋਇਆ ਦੇਖੋ ਬਾਉਂਡਡ ਵੇਰੀਏਸ਼ਨ ਦਾ ਫੰਕਸ਼ਨ ਕਿੱਥੋਂ ਤੋਂ ਕਿੱਥੋਂ ਹੈ ਫਰੋਮ ab ਟੂ r। ਤਾਂ ਤੁਸੀਂ ਪਹਿਲਾਂ ab ਇੰਟਰਵਲ ਦੀ ਪਾਰਟੀਸ਼ਨ ਬਣਾਉਣੀ ਹੈ, ਤਾਂ ਇਹਦੇ ਵਿੱਚ n ਪਾਰਟਸ 'ਚ ਡਿਵਾਈਡ ਕਰਕੇ ਨਹੀਂ ਚੱਲੇ, ਇਹਨਾਂ ਨੇ ਜਸਟ ਇੱਕ ਪੁਆਇੰਟ ਹੀ ਇਨਕਲੂਡ ਕਰਤਾ ਤੇ ਪਾਰਟੀਸ਼ਨ ਬਣਾਤੀ। ਤਾਂ ਉਹ ਪੁਆਇੰਟ ਦੇਖੋ ਕੀ ਇਨਕਲੂਡ ਕੀਤਾ ਹੋਇਆ x, ਕਿ ਮੈਨੇ ab ਇੰਟਰਵਲ ਨੂੰ ਜਸਟ ਇੱਕ ਪੁਆਇੰਟ 'ਚ ਡਿਵਾਈਡ ਕਰਤਾ x ਦੇ ਵਿੱਚ, ਤਾਂ ਤੁਹਾਡੇ ਕੋਲੇ ਦੋ ਪਾਰਟਸ ਬਣ ਗਏ, ਕਿ ax ਬਣ ਜਾਏਗਾ, ਨੈਕਸਟ xb ਇੰਟਰਵਲ ਵਾਲਾ ਬਣ ਜਾਏਗਾ, ਠੀਕ ਹੈ ਨਾ। ਕਿਉਂਕਿ ਫॉर ਆਲ ਪਾਰਟੀਸ਼ਨ ਦੇ ਲਈ ਹੁੰਦਾ ਆਪਣੇ ਕੋਲੇ ਬਾਉਂਡਡ ਵੇਰੀਏਸ਼ਨ ਦਾ ਰਿਜ਼ਲਟ, ਕੋਈ ਮਰਜ਼ੀ ਪਾਰਟੀਸ਼ਨ ਲੈ ਲਈਏ ਸਾਰਿਆਂ ਲਈ ਹੋਲਡ ਕਰਨਾ ਚਾਹੀਦਾ, ਤਾਂ ਆਪਾਂ ਜਸਟ ਇੱਕ ਪੁਆਇੰਟ ਐਡ ਕਰਕੇ ਹੀ ਪਾਰਟੀਸ਼ਨ ਬਣਾਤੀ ਤਾਂ ਕਿ ਥਿਓਰਮ ਈਜ਼ੀ ਹੋ ਜਾਏ, ਠੀਕ ਹੈ। ਹੁਣ ਫੰਕਸ਼ਨ ਕਹਿੰਦੇ ਕੀ ਹੈ ਬਾਉਂਡਡ ਵੇਰੀਏਸ਼ਨ ਦਾ, ਪਾਰਟੀਸ਼ਨ ਤੁਹਾਨੂੰ ਪਤਾ ਲੱਗ ਗਈ ਤਾਂ ਮਤਲਬ ਕੋਈ ਨਾ ਕੋਈ ਪੋਜ਼ਿਟਿਵ ਰੀਅਲ ਨੰਬਰ ਐਗਜ਼ਿਸਟ ਕਰੇਗਾ ਕੈਪੀਟਲ M, ਕਿ ਸਮੀਸ਼ਨ ਆਫ f of xi minus f of xi minus 1 ਦਾ ਜਿਹੜਾ ਮੋਡ ਹੈ ਉਹ ਲੈਸ ਦੈਨ ਇਕੁਅਲ ਟੂ m ਹੁੰਦਾ ਅਕੋਰਡਿੰਗ ਟੂ ਦੀ ਡੈਫੀਨੇਸ਼ਨ। ਹੁਣ ਇੱਥੇ ਜਿਹੜੀ ਲੈਫਟ ਹੈਂਡ ਸਾਈਡ ਆ ਉਹ ਕੀ ਬਣੂਗੀ, ਕਿਉਂਕਿ ਆਪਾਂ ਜਸਟ ਦੋ ਪਾਰਟਸ ਦੇ ਵਿੱਚ ਹੀ ਡਿਵਾਈਡ ਕੀਤਾ, ਤਾਂ ਫਰਸਟ ਪਾਰਟ ਤੁਹਾਡੇ ਕੋਲੇ ਕੀ ਬਣੂਗਾ f of x minus f of a ਦਾ ਮੋਡ, ਜਿਹੜੀ ਫਰਸਟ ਇੰਟਰਵਲ ਤੁਹਾਡਾ ਕੀ ਹੈ ਫਰੋਮ a to x, ਠੀਕ ਹੈ। ਤਾਂ ਉੱਥੋਂ ਕੀ ਟਰਮ ਬਣੂਗੀ f of x minus f of a ਦਾ ਮੋਡ। ਮੈਂ ਸਮੀਸ਼ਨ ਨੂੰ ਇਹਨਾਂ ਨੇ ਖੋਲ ਹੀ ਦਿੱਤਾ ਕਿਉਂਕਿ ਦੋ ਹੀ ਟਰਮਸ ਬਣਨਗੀਆਂ। ਨੈਕਸਟ ਵਾਲੀ ਕੀ ਬਣ ਜਾਏਗੀ f of b minus f of x, ਤੇ ਇਹਨਾਂ ਦੋਨਾਂ ਦਾ ਸਮ ਮਤਲਬ ਸਮੀਸ਼ਨ ਕੀ ਹੋ ਜਾਊਗਾ ਲੈਸ ਦੈਨ ਇਕੁਅਲ ਟੂ ਸਮ ਕਾਂਸਟੈਂਟ ਵਿਚ ਇਜ਼ ਕੈਪੀਟਲ M। ਹੁਣ ਤੁਸੀਂ ਕੀ ਕਰਨਾ ਤੁਹਾਨੂੰ ਪਤਾ ਆਪਾਂ ਕੀ ਕੰਸੀਡਰ ਕਰਕੇ ਚੱਲੇ, ਆਪਾਂ ਨੂੰ f of x ਦਾ ਮੋਡ ਚਾਹੀਦਾ, ਸਿੰਗਲ ਮੋਡ ਦੀ ਆਪਾਂ ਵੈਲਿਊ ਦੇਖਣੀ ਹੈ ਕੀ ਤੋਂ ਲੈਸ ਦੈਨ ਇਕੁਅਲ ਟੂ ਆ ਰਹੀ ਹੈ। ਤਾਂ ਹੁਣ ਆਪਾਂ ਬਣਾਇਆ ਮੋਡ ਆਫ f of x ਮਾਈਨਸ ਮੋਡ ਆਫ f of a, ਇਹ ਵਾਲੀ ਜਿਹੜੀ ਵੈਲਿਊ ਆ ਲੈਸ ਦੈਨ ਇਕੁਅਲ ਟੂ ਮੋਡ ਆਫ fx ਮਾਈਨਸ fa ਹੋ, ਉਹ ਦੇਖੋ ਕੀ ਤੋਂ ਹੁੰਦਾ ਮੋਡ ਆਫ a ਮਾਈਨਸ b ਲਿਖ ਲਓ, ਚਾਹੇ ਗ੍ਰੇਟਰ ਦੈਨ ਇਕੁਅਲ ਟੂ ਹੁੰਦਾ ਮੋਡ ਆਫ a ਮਾਈਨਸ ਮੋਡ ਆਫ b, ਉੱਥੇ ਨੈਗੇਟਿਵ ਸਾਈਨ ਆਉਂਦਾ ਹੁੰਦਾ, ਜੇ ਲੈਸ ਦੈਨ ਇਕੁਅਲ ਟੂ ਕਰਦੇ ਹੋ ਤਾਂ ਪੋਜ਼ਿਟਿਵ ਸਾਈਨ ਆਉਂਦਾ ਹੈ, ਜੇ ਗ੍ਰੇਟਰ ਦੈਨ ਇਕੁਅਲ ਟੂ ਕਰਦੇ ਹੋ ਤਾਂ ਨੈਗੇਟਿਵ ਸਾਈਨ ਆਉਂਦਾ, ਠੀਕ ਹੈ।
इथे a ਦਾ ਮਤਲਬ ਕੀ ਹੋ ਗਿਆ f of x ਤੇ b ਦਾ ਮਤਲਬ ਕੀ ਹੋ ਗਿਆ f of a। ਤਾਂ ਦੇਖੋ f of x minus f of a ਦਾ ਜਿਹੜਾ ਮੋਡ ਹੈ ਉਹ greater than equal to ਕੀ ਲਿਖਿਆ ਹੋਇਆ mod of f of x minus mod of f of a ਹੈ। b ਦੀ ਜਗ੍ਹਾ ਤੇ ਸਪੋਜ਼ ਕਰ ਲਿਓ f of a ਹੈ ਤਾਂ a minus b ਦਾ ਮੋਡ greater than equal to ਬਣ ਜਾਏਗਾ mod of a minus mod of b ਤੋਂ। ਹੁਣ ਜਿਹੜਾ ਰਾਈਟ ਹੈਂਡ ਸਾਈਡ ਤੇ ਤੁਹਾਡੇ ਕੋਲੇ ਟਰਮ ਹੈ f of x minus f of a ਦਾ ਮੋਡ, ਇਹ ਵਾਲਾ ਜਿਹੜਾ ਮੋਡ ਹੈ ਮੈਨੇ ਇਹਦੇ ਵਿੱਚ ਇੱਕ ਟਰਮ ਹੋਰ ਐਡ ਕਰਤੀ ਕਿਹੜੀ f of p minus f of x ਵਾਲੀ, ਉਹ ਤੋਂ ਲੈਸ ਹੀ ਹੋਊਗਾ। f of x minus f of a ਦਾ ਜਿਹੜਾ ਮੋਡ ਹੈ ਉਹਦੇ ਵਿੱਚ ਆਪਾਂ ਇੱਕ ਟਰਮ ਹੋਰ ਐਡ ਕਰਤੀ ਤਾਂ obvious ਉਹ ਟਰਮ ਗ੍ਰੇਟਰ ਹੀ ਹੋਊਗੀ ਉਹ ਤਾਂ ਨੈਕਸਟ ਸਟੈਪ 'ਚ ਕੀ ਆ ਗਿਆ mod of f of x minus f of a is less than equal to mod of f of x minus f of a plus mod of f of b minus f of x ਕਿਉਂਕਿ ਆਪਾਂ ਇਹ ਟਰਮ ਐਡ ਕਰਤੀ। ਇਹੀ ਟਰਮ ਕਿਉਂ ਐਡ ਕੀਤੀ ਹੈ ਕਿਉਂਕਿ ਤੁਹਾਨੂੰ ਫਰਸਟ ਕੰਡੀਸ਼ਨ ਤੋਂ ਪਤਾ ਲੱਗ ਜੂਗਾ। ਫਰਸਟ ਕੰਡੀਸ਼ਨ ਦੇ ਅਕੋਰਡਿੰਗ ਆਪਾਂ ਲੈਫਟ ਹੈਂਡ ਸਾਈਡ ਵਾਲੀ ਸਾਰੀ ਟਰਮ ਬਣਾਣੀ ਸੀ, ਉਹਦੇ ਲਈ ਆਪਣੇ ਕੋਲ ਇੱਕ ਪਾਰਟ ਤਾਂ ਪਿਆ ਹੀ ਸੀ x minus a ਵਾਲਾ। ਨੈਕਸਟ ਆਪਾਂ ਇੱਕ ਟਰਮ ਐਡ ਕਰਤੀ f of b minus f of x ਵਾਲੀ। ਕਲੀਅਰ ਹੈ ਇੱਥੇ ਤੱਕ? ਫਿਰ ਫਰਸਟ ਕੰਡੀਸ਼ਨ ਨੂੰ ਯੂਜ਼ ਕਰਕੇ ਇਹ ਵਾਲੀ ਸਾਰੀ ਟਰਮ ਕੀ ਆ ਗਈ ਲੈਸ ਦੈਨ ਇਕੁਅਲ ਟੂ ਕੈਪੀਟਲ M ਤੇ ਲੈਫਟ ਸਾਈਡ ਤੇ ਤੁਹਾਡੇ ਕੋਲੇ ਕੀ ਪਿਆ ਸੀ mod of f of x minus mod of f of a ਤੇ mod of f of a ਨੂੰ ਤੁਸੀਂ ਰਾਈਟ ਹੈਂਡ ਸਾਈਡ ਤੇ ਲੈ ਜਾਓ ਕਿਉਂਕਿ ਇਹ ਤਾਂ ਕਾਂਸਟੈਂਟ ਵੈਲਿਊ ਹੀ ਹੈ ਤਾਂ mod of f of x ਕੀ ਆ ਗਿਆ ਲੈਸ ਦੈਨ ਇਕੁਅਲ ਟੂ ਕੈਪੀਟਲ M plus mod of f of a for all x ਤੇ ਇਹਦਾ ਮਤਲਬ ਫੰਕਸ਼ਨ ਕੀ ਹੋ ਗਿਆ ਬਾਉਂਡਡ ਹੀ ਹੋ ਗਿਆ ਕਿਉਂਕਿ M ਵੀ ਕਾਂਸਟੈਂਟ ਹੈ ਤੇ f of a ਵੀ ਕਾਂਸਟੈਂਟ ਹੈ।